ਸਤਿ ਸ਼੍ਰੀ ਅਕਾਲ ਜੀ, ਖੁਸ਼ ਆਮਦੀਦ। ਤੁਸੀਂ ਦੇਖ ਰਹੇ ਹੋ ਦ ਗੁਰਲੀਨ ਕੌਰ ਸ਼ੋ। ਮੈਂ ਹਾਂ ਗੁਰਲੀਨ ਕੌਰ ਤੇ ਮੇਰੇ ਨਾਲ ਅੱਜ ਇੱਕ ਬਹੁਤ ਹੀ ਪਿਆਰੀ ਜੀ ਕਿਊਟ ਜੀ ਕੁੜੀ ਹੈਗੀ ਹੈ ਜਿਹਦਾ ਨਾਮ ਹੈਗਾ ਸਾਰਾ ਗੁਰਪਾਲ। ਤੁਸੀਂ ਇਹਨਾਂ ਨੂੰ ਜਾਣਦੇ ਹੈਗੇ ਹੋ ਐਂਡ ਮੈਨੂੰ ਲੱਗਦਾ ਨਹੀਂ ਮੈਨੂੰ ਇੰਟਰੋਡਕਸ਼ਨ ਦੀ ਲੋੜ ਹੈਗੀ ਸਾਰਾ ਦੀ, ਕਿਉਂਕਿ ਸਾਰਾ ਆਪਣੇ ਆਪ 'ਚ ਇੱਕ ਬਹੁਤ ਹੀ ਕਾਮਯਾਬ ਸ਼ਖਸੀਅਤ ਹੈਗੇ ਨੇ ਤੇ ਅੱਜ ਪ੍ਰੀਟੀ ਇਨ ਪਿੰਕ ਐਂਡ ਰੈਡੀ ਫॉर द ਇੰਟਰਵਿਊ ਫॉर ਗੁਰਮੁਖ। ਡੈਫੀਨਿਟਲੀ ਸੋ ਅੱਜ ਸਾਰਾ ਨੂੰ ਸੀਰਤ ਦੇ ਤੌਰ ਤੇ ਰੂਬਰੂ ਹਾਂਜੀ। ਕਰਾਉਂਦੇ ਆ। ਸੀਰਤ ਜਿਹੜੀ ਗੁਰਮੁਖ ਦੀ ਸੀਰਤ ਹੈਗੀ ਹੈ। ਸੋ ਇਨੀਸ਼ੀਅਲੀ ਫਿਲਮ ਬਾਰੇ ਥੋੜੀਆਂ ਗੱਲਾਂ ਕਰਾਂਗੇ ਤੇ ਫਿਰ we'll move on towards a different topic altogether. ठीक है? So सारा जी पहला तो बहुत बहुत स्वागत। Thank you so much and thank you for the sweet introduction. So ਸੀਰਤ 1 ਮਿੰਟ ਦੇ ਵਿੱਚ 60 seconds ਦੇ ਵਿੱਚ ਜੇ ਅਸੀਂ ਰੀਲ ਕੱਟਣੀ ਹੋਵੇ ਬਾਅਦ ਚ ਤੁਹਾਡੀ ਤਾਂ ਉਹਨੂੰ ਐਕਸਪਲੇਨ ਮਾੜਾ ਜਿਹਾ ਕਰੋ ਕੈਰੈਕਟਰ। So basically Seerat, I'm playing in Gurmukh, Mr. Kuljinder Sidhu, ਉਹਨਾਂ ਦੇ ਵਾਈਫ ਦਾ ਰੋਲ। ਉਹਨਾਂ ਦਾ ਨਾਮ ਹੈ ਸੀਰਤ। She is married for good time. ਉਹਨਾਂ ਦੀ ਇੱਕ ਡਾਟਰ ਵੀ ਹੈ ਅਨਮੋਲ। ਅੱਛਾ, मैं एक्चुअली ਉਹਨੂੰ ਅਨਮੋਲ ਹੀ ਕਹਿੰਦੀ ਹਾਂ। I don't know if it's her real name but I always called her ਅਨਮੋਲ। ਪਤਾ ਹੁਣ ਮੈਨੂੰ ਰੀਅਲ ਹੈ ਕਿ ਨਹੀਂ। ਐਂਡ ਇਹ ਮੂਵੀ ਬੜੀ ਇੰਟਰਸਟਿੰਗ ਹੈ ਬਾਈ ਇਟਸੈਲਫ ਬਿਕਾਜ਼ ਇੱਕ ਇਹੋ ਜਿਹੇ ਇਨਸਾਨ ਦੀ ਮੂਵੀ ਹੈ। ਕੁਲਜਿੰਦਰ ਇਜ਼ ਆਈ ਵਿਟਨੈਸ ਫॉर ਅ ਰੇਪ, ਆਈ ਵਿਟਨੈਸ ਆਫ ਅ ਰੇਪ ਸੌਰੀ। ਤੇ ਉਹ ਉਸ ਦੀ ਤੇ ਫੈਮਿਲੀ ਤੇ ਹੈ ਕਿ ਜਦੋਂ ਇੱਕ ਸਰਦਾਰ ਬੰਦਾ ਇਹ ਚੀਜ਼ਾਂ ਦੇਖਦਾ ਹੈ ਵਿਲ ਹੀ ਇਜ਼ ਗੋਇੰਗ ਟੂ ਲਾਈਕ ਬੋਲੇਗਾ ਉਹਦੇ ਬਾਰੇ ਕੁਛ, ਉਹਦੇ ਬਾਰੇ ਆਵਾਜ਼ ਉਠਾਏਗਾ। ਜੇ ਉਠਾਈ ਹੈ ਤਾਂ ਉਹਦੇ ਪਰਿਵਾਰ ਤੇ ਕੀ ਬੀਤਦਾ ਹੈ, ਕੀ ਕਾਮਨ ਮੈਨ ਕੀ ਚੀਜ਼ਾਂ ਸਟਰਗਲ ਚੀਜ਼ਾਂ ਹੁੰਦੀਆਂ ਨੇ, ਇਜ਼ ਰੀਅਲੀ ਗੋਇੰ ਟੂ ਗੈਟ ਇਟ। ਸੋ ਆਈ ਥਿੰਕ ਸੀਰਤ ਇਜ਼ ਦ ਸਪੋਰਟ ਸਿਸਟਮ ਦੈਟ ਹੀ ਹੈਜ਼ ਇਨ ਦ ਮੂਵੀ ਐਂਡ how it is important to have a nice life partner. Not just, I'm not talking about just the movie but ਜੇ ਤੁਸੀਂ ਸੋਚਦੇ ਹੋ ਕਿ ਤੁਹਾਡਾ ਪਾਰਟਨਰ ਕਿਸੇ ਚੀਜ਼ ਲਈ ਜਾ ਰਿਹਾ and you think it's right to take ਉਹਦੇ ਅਗੇਂਸਟ ਬੋਲਣਾ ਤੇ ਆਵਾਜ਼ ਉਠਾਣੀ, then ਕਿੱਦਾਂ ਦਾ ਇਨਸਾਨ ਜਾ ਰਿਹਾ ਤਾਂ ਤੁਸੀਂ ਕਿੱਦਾਂ ਉਹਦਾ ਸਾਥ ਦਓਗੇ, ਨਹੀਂ ਦਓਗੇ, ਕਿੱਦਾਂ ਦਾ ਪਾਰਟਨਰ ਹੋਣਾ ਚਾਹੀਦਾ। So it's all about it. So Seerat is all about making sure that ਉਹਦਾ ਜਿਹੜਾ ਹਸਬੈਂਡ ਹੈ ਉਹਨੂੰ ਉਹ ਜਸਟਿਸ ਮਿਲੇ ਜਿਹੜੀ ਕਿ ਉਹਨੂੰ ਡਿਜ਼ਰਵ ਕਰਦਾ ਹੈ ਤੇ ਉਹਨੂੰ ਉਹ ਰਿਸਪੈਕਟ ਮਿਲੇ ਸਪੈਸ਼ਲੀ ਸੋਸਾਇਟੀ ਦੇ ਵਿੱਚ ਜਿਹੜੀ ਉਹ ਡਿਜ਼ਰਵ ਕਰਦਾ ਹੈ। ਐਜ਼ ਅ ਸਿੱਖ ਕੌਮ ਦੇ ਵਿੱਚ ਉਹ ਇੰਨੀ ਤਗੜੀ ਚੀਜ਼ ਕਰ ਰਿਹਾ ਹੈ, ਅਗੇਂਸਟ ਸਿਸਟਮ ਜਾ ਰਿਹਾ ਹੈ ਤੇ ਉਹ ਸਾਰੀ ਚੀਜ਼ਾਂ। ਸੋ ਸੀਰਤ ਇਜ਼ ਕਾਈਂਡ ਆਫ ਅ ਬੈਕਬੋਨ ਟੂ ਗੁਰਮੁਖ। ਬਟ ਤੁਸੀਂ ਬੈਕਬੋਨ ਦੀ ਗੱਲ ਕਰ ਰਹੇ ਹੋ, ਜਦੋਂ ਤੁਹਾਡੇ ਡਾਇਰੈਕਟਰ ਸਾਹਿਬ ਤੇ ਤੁਹਾਡੇ ਐਕਟਰ ਸਾਹਿਬ ਇੱਥੇ ਬੈਠੇ ਸੀਗੇ ਸਾਡੇ ਨਾਲ ਤਾਂ ਉਹਨਾਂ ਨੇ ਤੁਹਾਡੀ ਬੜੀ ਅਪਰੀਸੀਏਸ਼ਨ ਕੀਤੀ ਸੀ ਕਿ ਜਿੱਦਾਂ ਦਾ ਕੰਮ ਤੁਸੀਂ ਇਸ ਫਿਲਮ ਦੇ ਵਿੱਚ ਕੀਤਾ ਹੈ, knowing your personality and you know the bubbly chirpy kinds that you are, but ਉਹ ਬੜਾ ਵੱਖ ਕਿਰਦਾਰ ਸੀਗਾ ਜਿਹੜਾ ਤੁਸੀਂ ਫੜਿਆ, ਤੁਸੀਂ ਉਹਨੂੰ ਕੀਤਾ ਤੇ ਇੱਕ ਪੁਆਇੰਟ ਤੇ ਤਾਂ ਇਹ ਲੱਗ ਰਿਹਾ ਸੀ ਕਿ ਸਾਨੂੰ ਸਾਰਿਆਂ ਨੂੰ ਕੁਝ ਦੱਸਣ ਦੀ ਲੋੜ ਹੀ ਨਹੀਂ ਪੈ ਰਹੀ ਸੀ। you know at times the emotions were so intense that it used to take some time to get her out of that. so yeah there were times ਹਾਂ so ਉਹ ਮੈਨੂੰ ਲੱਗਦਾ ਜਦੋਂ ਐਸੀ ਗੱਲ ਕਿਸੇ ਐਕਟਰ ਬਾਰੇ ਉਹਦੀ ਪਿੱਠ ਪਿੱਛੇ ਆਉਂਦੀ ਹੈ ਤਾਂ ਉਹਦੇ ਵਾਸਤੇ ਇੱਕ ਬਹੁਤ ਕਾਮਯਾਬ ਮੂਮੈਂਟ ਹੁੰਦਾ ਉਹ। what else you want like ਮੈਂ ਕਹਿੰਦੀ ਹਾਂ ਪਤਾ ਨਹੀਂ what did I deserve to be here। ਜਿੱਦਾਂ ਕਿ ਹਮੇਸ਼ਾ ਪਾਲੀ ਭੁਪਿੰਦਰ ਸਰ ਹਮੇਸ਼ਾ ਜਦੋਂ ਸਰ ਉਹਨੇ ਫਰਸਟ ਡਰਾਫਟ ਦੇਖਿਆ ਸੀ ਉਹਨਾਂ ਨੇ ਮੈਨੂੰ ਐਡਾ ਵੱਡਾ ਮੈਸੇਜ ਕੀਤਾ, ਮੈਂ ਡਰ ਗਈ, ਮੈਂ ਕਿਹਾ ਪਤਾ ਨਹੀਂ ਕੀ ਲਿਖਤਾ ਤੇ ਮੈਂ ਪੜ੍ਹਿਆ I was so emotional ਕਿਉਂਕਿ ਇੱਕ ਅੱਛਾ ਡਾਇਰੈਕਟਰ ਹੀ ਇੱਕ ਅੱਛੇ ਐਕਟਰ ਨੂੰ ਬਣਾਉਂਦਾ ਹੈ। ਇਫੈਕਟ ਹੈ ਇਹ ਮੈਂ ਉਦੋਂ ਦੇਖਿਆ ਜਦੋਂ ਮੈਂ ਗੁਰਮੁਖ ਕੀਤੀ ਹੈ। ਬਿਫੋਰ ਠੀਕ ਹੈ ਐਕਟਿੰਗ ਚੱਲ ਰਹੀ ਹੈ, ਇੱਕ ਐਕਟਿੰਗ ਬਹੁਤ ਤਰੀਕੇ ਦੀ ਹੈ। ਐਕਟਿੰਗ ਇਜ਼ ਜਸਟ ਨਾਟ ਕਿ ਤੁਸੀਂ ਬਸ ਮੂਵੀ ਚੋਂ ਇੱਕ ਐਕਟਿੰਗ ਹੁਣ ਪਤਾ ਲੱਗਦਾ ਕਿ ਐਕਟਿੰਗ ਬੜੇ ਤਰੀਕੇ ਦੀ ਹੈ। ਸਰ ਨੇ ਮੈਨੂੰ ਇੰਨਾ ਬੋਲਿਆ ਕਿ ਸਾਰਾ ਮੈਂ ਕਦੇ ਨਹੀਂ ਸੋਚਿਆ ਸੀ ਦੈਟ ਕਿ ਯੂ ਕੈਨ ਐਕਟ ਤੇ ਮੇਰੀ ਚੋਇਸ ਮੈਨੂੰ ਬੜੇ ਲੋਕਾਂ ਨੇ ਕਿਹਾ ਕਿ ਯਾਰ ਯੂ ਥਿੰਕ ਇਹ ਇੰਨਾ ਟਫ ਰੋਲ ਕਰ ਲੇਗੀ, ਇਹ ਚੀਜ਼ ਕਰ ਲੇਗੀ, ਨਿਭਾ ਲੇਗੀ ਇਹ ਕੁੜੀ। ਐਂਡ ਕਹਿੰਦੇ ਤੂੰ ਮੈਨੂੰ ਅੱਜ ਬਹੁਤ ਪ੍ਰਾਊਡ ਕੀਤਾ ਹੈ। ਐਂਡ ਮੈਂ ਐਜ਼ ਅ ਮੈਂਟੋਰ ਕਿਉਂਕਿ ਉਹਨਾਂ ਨੇ 40+ ਈਅਰ ਉਹਨਾਂ ਨੇ ਥੀਏਟਰ ਨੂੰ ਦਿੱਤੇ ਹੈ। ਉਹਨਾਂ ਦੇ ਨਜ਼ਰਾਂ ਦੇ ਸਾਹਮਣੇ ਇੰਨੇ ਸਾਰੇ ਵੱਡੇ ਵੱਡੇ ਐਕਟਰਸ ਗਏ ਹੈ ਤੇ ਸਾਡੀ ਮੂਵੀ ਗੁਰਮੁਖ ਦੇ ਵਿੱਚ ਵੀ ਬਹੁਤ ਸਾਰੇ ਐਕਟਰ ਏਦਾਂ ਦੇ ਆ ਜੋ ਕਿ ਹਲੇ ਵੀ ਪ੍ਰੈਜ਼ੈਂਟਲੀ ਦੇ ਆਰ ਡੂਇੰਗ ਗ੍ਰੇਟ ਔਨ ਨੈਟਫਲਿਕਸ, ਦੇ ਆਰ ਡੂਇੰਗ ਗ੍ਰੇਟ ਔਨ ਐਮਾਜ਼ਨ, ਲਵਲੀ। ਐਂਡ ਮੈਨੂੰ ਲੱਗਦਾ ਐਪਰੀਸੀਏਸ਼ਨ ਮਿਲਣਾ ਉਹ ਚੀਜ਼ ਹੋਣਾ, ਆਈ ਐਮ ਵੈਰੀ ਗ੍ਰੇਟਫੁਲ ਟੂ ਦੈਟ। this movie is going to change ਬਹੁਤ ਸਾਰੀਆਂ ਚੀਜ਼ਾਂ ਮੇਰੀ ਲਾਈਫ ਦੇ ਵਿੱਚ। I'm very positive especially when it comes to acting। ਮੈਂ ਬਹੁਤ ਖੁਸ਼ ਹਾਂ ਇਸ ਚੀਜ਼ ਨੂੰ ਲੈ ਕੇ ਕਿ ਇਹ ਮਲਾਲਮ ਤੇ ਤੇਲਗੂ ਤਮਿਲ ਦੇ ਵਿੱਚ ਰਿਲੀਜ਼ ਹੋ ਰਹੀ ਹੈ। like it's released in 11 languages but ਮੈਂ ਹੁਣ ਜਿੱਦਾਂ ਕਿ ਮੈਂ ਸਾਊਥ ਵਰਕ ਕਰਦੀ ਹਾਂ ਤਾਂ ਮੇਰੇ ਲਈ
ਏਦਾਂ ਹੈ ਕਿ ਮੈਨੂੰ ਉਹਨਾਂ ਨੂੰ ਉਹ ਕਹਿਣਾ ਹੀ ਕਹਿਣਾ, ਦੇਖੋ guys, my movie got released and it's a nice work. So I'm very positive about it. I'm very excited to show this to my directors back then. And you can watch it in your language. Oh yes, Only on Cable One. only on Cable One. So thanks to Cable One for getting this movie out for us and planning ਜਿੰਨੀ ਵੀ ਤੁਸੀਂ ਚੀਜ਼ਾਂ ਸਾਡੇ ਲਈ ਕਰੋ. I'm very grateful, totally grateful for that. So ਸਾਰਾ ਇਸ ਤੋਂ ਪਹਿਲਾਂ ਤੁਸੀਂ ਮਲਟੀ ਸਟਾਰਰਸ ਵੀ ਕੀਤੀਆਂ ਹੋਈਆਂ, ਯੂ ਨੋ ਪੰਜਾਬੀ ਫਿਲਮਾਂ ਦੇ ਵਿੱਚ ਇੱਕ ਦੌਰ ਆਇਆ ਸੀਗਾ ਜਦੋਂ they used to have add all the kind of people that they can get, and you know everybody's doing their bit not knowing what they're doing. Yes. Right? So ਇਹ ਫਿਲਮਾਂ ਤੁਸੀਂ ਕੀਤੀਆਂ ਹੋਈਆਂ and you've experienced it. But sometimes actors lose out on this as well because ਉਹਨਾਂ ਨੂੰ ਲੱਗਦਾ ਹੈ ਕਿ you know ਸਾਡਾ ਕਿਰਦਾਰ ਦਿਖਾਇਆ ਨਹੀਂ ਗਿਆ, ਸਾਨੂੰ appreciation ਨਹੀਂ ਮਿਲੀ, ਜਾਂ ਸਾਨੂੰ ਸਾਡੀ deserving attention ਜਾਂ reward ਨਹੀਂ ਮਿਲੇ. ਤੁਹਾਡੇ ਨਾਲ ਜਦੋਂ ਏਦਾਂ ਦਾ ਕੁਝ ਹੁੰਦਾ ਹੈ, how do you react? Are you vocal about it or do you feel like forget it, it's okay? I'm pretty vocal about it and I think there is no ਕੋਈ ਨੀਡ ਨਹੀਂ ਹੈ ਕਿ ਤੁਸੀਂ ਨਾ ਕਰੋ. Who do you have to explain? ਜਦੋਂ ਤੱਕ ਤੁਹਾਨੂੰ ਲੱਗ ਰਿਹਾ ਕਿ ਯਾਰ ਮੈਨੂੰ ਇਸ ਚੀਜ਼ ਬਾਰੇ ਬੋਲਣਾ ਚਾਹੀਦਾ, ਤੁਹਾਨੂੰ ਬੋਲਣਾ ਚਾਹੀਦਾ ਹੈ. ਕਈ ਵਾਰੀ ਕੀ ਹੋਇਆ ਸੀ, ਰੀਸੈਂਟਲੀ there was a movie that I was doing ਤੇ ਮੈਨੂੰ ਲੱਗਿਆ ਕਿ ਮੇਰੇ ਨਾਲ ਜਸਟਿਸ ਨਹੀਂ ਹੋਇਆ, ਤਾਂ I said ਕਿ this is wrong. ਮੈਨੂੰ ਮੇਰਾ ਜੇ ਕੰਮ ਕਿਤੇ ਹੋਰ ਇਫੈਕਟ ਹੋ ਰਿਹਾ ਜਸਟ ਬਿਕਾਜ਼ ਕਿ ਮੈਨੂੰ ਸ਼ੋਕੇਸ ਡਿਫਰੈਂਟ ਤਰੀਕੇ ਕੀਤਾ ਜਾ ਰਿਹਾ, ਤਾਂ ਮੈਂ ਉਸ ਚੀਜ਼ ਦੇ ਬਾਰੇ ਕਿਉਂ ਨਾ ਬੋਲਾਂ? ਕੌਣ ਬੋਲੇਗਾ ਜੇ ਅੱਜ ਮੈਂ ਨਹੀਂ ਬੋਲਾਂਗੀ? ਬਟ ਇੱਕ ਹੋਰ ਚੀਜ਼ ਹੁੰਦੀ ਹੈ, ਇਹ ਸਿਰਫ ਮੇਰੇ ਨਾਲ ਨਹੀਂ, ਬੜੇ ਹੀ ਇੰਡਸਟਰੀ ਦੇ ਵਿੱਚ ਸਭ ਬਹੁਤ ਏਦਾਂ ਦੇ ਆਰਟਿਸਟ ਨੇ ਅੱਜ ਜੋ ਕਿ ਬਾਲੀਵੁੱਡ ਦੇ ਵਿੱਚ ਰੂਲ ਕਰ ਰਹੇ ਆ. I mean it, they're doing very very good. ਐਂਡ ਉਹਨਾਂ ਨਾਲ ਵੀ ਹੋਇਆ ਕਿ ਉਹਨਾਂ ਨੂੰ ਉਸ ਤਰੀਕੇ ਦਾ ਸਿਨੇਮਾ ਇੱਥੇ ਨਹੀਂ ਮਿਲਿਆ, ਤੇ ਜਦੋਂ ਉਹਨਾਂ ਨੂੰ ਉੱਥੇ ਉਹ ਸਿਨੇਮਾ ਮਿਲ ਗਿਆ ਤਾਂ ਕਹਿੰਦੇ ਯਾਰ ਏਦਾਂ ਦੀ ਮੂਵੀਜ਼ ਅਸੀਂ ਕਿਉਂ ਨਹੀਂ ਬਣਾਈ ਕੁੜੀ ਨਾਲ ਜਾਂ ਮੁੰਡੇ ਨਾਲ. ਸੋ ਇਟ ਇਜ਼, ਇਹ ਤਾਂ ਚੀਜ਼ਾਂ ਹੁੰਦੀਆਂ ਹੀ ਰਹਿੰਦੀਆਂ ਨੇ. I mean this is fact. ਉਸ ਟਾਈਮ we were new, ਨਹੀਂ ਪਤਾ ਸੀ. We wanted to explore. Movies ਮਿਲ ਰਹੀ ਹੈ, movies ਕਰੋ, ਘਰ ਆ ਜਾਓ, experience. And ਸਭ ਤੋਂ important ਜਿਹੜੀ ਚੀਜ਼ ਮੈਨੂੰ ਲੱਗਦੀ ਹੈ ਲਾਈਫ 'ਚ, that is your experience. Because experience ਤੇ ਗਲਤੀਆਂ ਤੇ ਉਹਨਾਂ ਤੋਂ ਹੀ ਤੁਸੀਂ ਸਿੱਖਦੇ ਹੋ. ਤੇ ਜਦੋਂ ਦੋ ਸਿਮਿਲਰ ਕਾਈਂਡ ਆਫ ਪ੍ਰੋਫਾਈਲਸ ਹੁੰਦੀਆਂ, ਜਿੱਦਾਂ ਤੁਸੀਂ ਹੈਗੇ ਹੋ, you transition from a model to an actor, you know, and you have a similar profile parallel to you working in the same kind of characters, do you ever feel that you know there's rivalry coming in, the negative energy flowing in somewhere or the other? I don't know, it's just me. ਮੈਂ ਬਹੁਤ ਜ਼ਿਆਦਾ ਮਤਲਬ ਮੈਨੂੰ ਕਿਸੇ ਨੇ ਇੱਕ ਚੀਜ਼ ਕਹੀ ਸੀ ਇੱਕ ਵਾਰੀ ਕਿ ਇਮੈਜਿਨ ਵੀ ਤੁਸੀਂ ਹਮੇਸ਼ਾ ਕੀ ਕਰਦੇ ਹੋ, ਕੋਈ ਚੀਜ਼ ਹੋ ਰਹੀ ਤੁਸੀਂ ਹਮੇਸ਼ਾ ਨੈਗੇਟਿਵ ਤੇ ਕਰ ਰਹੇ ਹੋ, ਨਾ ਫੋਕਸ ਕਰ ਰਹੇ ਹੋ, ਕਦੇ ਪੋਜ਼ਿਟਿਵ ਤੇ ਕਰਕੇ ਦੇਖੋ. ਨੁਕਸਾਨ ਚਲੋ ਕਹਿੰਦੇ ਨੁਕਸਾਨ ਉਹ ਤਾਂ ਥੋੜਾ ਕੁਛ ਉਹਦੇ ਨਾਲ ਫਾਇਦਾ ਨਹੀਂ ਹੋ ਰਿਹਾ, ਪਰ ਨੁਕਸਾਨ ਵੀ ਨਹੀਂ ਹੋ ਰਿਹਾ, ਨੈਗੇਟਿਵ ਨਾਲ ਤਾਂ ਨੁਕਸਾਨ ਹੋ ਰਿਹਾ. ਬਿਲਕੁਲ ਰਾਈਟ. ਸੋ ਸਿੰਸ that caught in my mind, ਅੱਜ ਤੱਕ ਮੈਂ ਕੁਛ ਨੈਗੇਟਿਵ ਦੇਖਦੀ ਹੀ ਨਹੀਂ. ਮੈਨੂੰ ਹਮੇਸ਼ਾ ਲੱਗਦਾ ਕਿ ਓ ਵਾਓ ਗੁੱਡ, ਓ ਵਾਓ ਗੁੱਡ, ਯੂ ਨੋ ਕਿਆ ਫਰਕ ਪੈਂਦਾ ਹੈ. ਅੱਜ ਚੀਜ਼ ਹੋਈ ਹੈ, ਕੱਲ ਨਹੀਂ, ਅੱਜ ਨਹੀਂ ਹੋਈ ਕੱਲ ਹੋ ਜਾਏਗੀ, ਕੱਲ ਹੋਈ ਪਰਸੋਂ ਹੋ ਜਾਏਗੀ, ਅੱਜ ਇਹ ਹੋ ਗਈ. ਮੈਂ ਛੋਟੀ ਚੀਜ਼ਾਂ ਨੂੰ ਲੈ ਕੇ, I remember when we started our shows, like all these little like singing shows ਅਸੀਂ ਸਟਾਰਟ ਕੀਤੇ ਸੀ. Oh my God, ਅਸੀਂ ਸਟਾਰਟ ਕੀਤੇ ਛੋਟੇ ਕਲੱਬਸ ਤੋਂ. they were very shady also, ਮਤਲਬ ਉਹ ਏਦਾਂ ਹੁੰਦੇ ਸੀ ਕਿ ਇਹ ਕਿੱਥੇ ਆ ਗਿਆ. ਬਟ ਜਦੋਂ ਅਸੀਂ ਵੱਡੀਆਂ ਸਟੇਜਸ ਤੇ ਹੁਣ, ਕਿਉਂਕਿ ਟਾਈਮ ਲੱਗਦਾ ਹੈ ਨਾ ਟ੍ਰਾਂਜੀਸ਼ਨ ਨੂੰ, ਲੋਕਾਂ ਨੂੰ ਨਹੀਂ ਪਤਾ, ਦੇ ਡੋਂਟ ਨੋ, ਟਾਈਮ ਲੱਗਦਾ ਹਰ ਚੀਜ਼ ਨੂੰ ਕਿੱਥੋਂ. ਐਂਡ ਫਿਰ ਮੈਂ ਸੋਚਦੀ ਹਾਂ ਕਿ ਫਰੋਮ ਵੇਅਰ ਆਈ ਕੇਮ ਲਾਈਕ ਲਿਟਰਲੀ ਆ ਸਭ ਬਹੁਤ ਛੋਟੇ ਕਸਬੇ ਤੋਂ, ਉੱਥੋਂ ਆ ਕੇ ਵੀ ਸਾਨੂੰ ਇੱਥੇ ਵੀ ਪਰਫਾਰਮ ਕਰਨ ਦਾ ਮੌਕਾ ਮਿਲਿਆ. ਸੋ ਆਈ ਵਾਜ਼ ਆਲਵੇਜ਼ ਗ੍ਰੇਟਫੁਲ ਫॉर दैट ਪਲੇਸ, ਆਲਵੇਜ਼ ਗ੍ਰੇਟਫੁਲ ਫॉर दैट ਸਟੇਜ. ਕੋਈ ਬੰਦਾ ਚਾਹੇ 500 ਰੁਪਇਆ ਲਾ ਕੇ ਆ ਰਿਹਾ ਹੈ, ਚਾਹੇ 50 ਰੁਪਇਆ ਲਾ ਕੇ ਆ ਰਿਹਾ, ਉਹਦੀ ਮਿਹਨਤ ਦੀ ਕਮਾਈ ਹੈ ਜਿਹੜਾ ਉਹ ਕਰਕੇ ਸਾਨੂੰ ਦੇਖਣ ਆ ਰਿਹਾ, ਤਾਂ ਮੈਂ ਕਿਉਂ ਨਾ ਗ੍ਰੇਟਫੁਲ ਹੋਵਾਂ ਉਸ ਚੀਜ਼ ਲਈ. ਐਂਡ ਦੈਨ ਆਈ ਬਿਲੀਵ ਦਿਸ ਇਜ਼ ਅ ਫੈਕਟ, ਦ ਮੋਰ ਯੂ ਸੇ the more you get. ਤੁਸੀਂ ਕਹੋਗੇ ਹਾਂ ਵੀ ਮੈਂ ਕੰਪਲੇਨ ਨਹੀਂ ਕਰ, ਕਿਸ ਚੀਜ਼ ਦੀ ਕੰਪਲੇਨ ਹੈ, ਕਦੇ ਇਹ ਵੀ ਨਹੀਂ ਸੋਚਿਆ ਸੀ. so why would I complain? so there is no, in my life you won't see any negative. मतलब I am not a person, ठीक है ना, हो रहा है नहीं होगा नहीं, वो भी ठीक है, क्या फर्क पड़ता है. I am no one to plan anything. Okay, I cannot even plan my next 5 minutes. Then how can I be sure about कि मैं जी नहीं ये गलत है जी, ऐसा होना चाहिए सी. I am no one to plan. He is there, he is planning, and I think he is a beautiful planner. So far he has planned my life बहुत सोने तरीके, and I'm everything is in his hand. Perfect. डायरी मेरे हाथ आ चुकी है जिदे विच हैगे ने सवाल सारा वास्ते. Excited. I love questions. अलग-अलग थावां तो मैंने questions आए क्योंकि मैं लोकां ਨੂੰ ਦੱਸਿਆ कि मैं सारा ਨਾਲ ਗੱਲਬਾत ਕਰਨ ਲੱਗੀ ਹਾਂ. So people are very interested to know certain things.
Wow, they were like wow. also scared कि पता नहीं सारा जवाब देंगे कि नहीं मैं देंगे, क्यों so नहीं मैं दूंगी, देखा ਤੁਸੀਂ नहीं। ਪੁੱਛੋਗੇ, ਮੈਂ ਪੁੱਛੋ ਤਾਂ ਕहीं, ਕਦੇ ਕਦੇ ਪੁੱਛੋ, ਮੈਂ ਤਿਆਰ ਬੈਠੀ ਹਾਂ। ਸਾਰਾ ਸਟਾਰਟਿੰਗ ਕਰਦੇ ਹਾਂ ਤੁਹਾਡੇ ਵਾਸਤੇ ਫੈਮਿਲੀਅਰ ਫੇਸਿਸ ਦੀ। ਜਿੱਦਾਂ ਹਾਂਜੀ। ਤੁਸੀਂ ਇੱਕ ਫੈਮਿਲੀਅਰ ਫੇਸ ਹੈਗੇ ਹੋ, ਤੁਸੀਂ ਇੰਡਸਟਰੀ ਦੇ ਵਿੱਚ ਇੱਕ ਅਰਸੇ ਤੋਂ ਡੈਕੇਡ ਤੋਂ ਤਾਂ ਕੰਮ ਹੀ ਕਰ ਜੀ, ਹੀ ਜੀ, ਰਹੇ ਜੀ, ਹੈਗੇ, ਹਾਂ। ਰਾਈਟ? ਕਦੀ ਕਦੀ ਇਹ ਹੁੰਦਾ ਸੀਗਾ ਕਿ ਸਾਨੂੰ ਸੁਣਨ ਨੂੰ ਮਿਲਦਾ ਸੀ ਕਿ ਯਾਰ ਆਹ ਫਲਾਣੀ ਮਾਡਲ ਨਹੀਂ ਲੈਣੀ ਕਿਉਂਕਿ her face is over utilized, ਅਸੀਂ Yeah. ਫਿਲਮਾਂ 'ਚ ਨਹੀਂ ਲੈ ਸਕਦੇ, ਹਾਂਜੀ। ਕਾਸਟ ਨਹੀਂ ਕਰ ਸਕਦੇ, ਫੇਸ ਬਹੁਤ ਰੀਯੂਜ਼ ਹੋਇਆ ਹਮ। ਹੋਇਆ। ਤੁਹਾਡੇ ਨਾਲ ਏਦਾਂ ਕੁਝ ਹੋਇਆ ਕਦੀ, ਕਿਸੇ ਨੇ ਤੁਹਾਨੂੰ ਟਿੱਪਣੀ ਕੀਤੀ ਹੋਵੇ? Oh yeah, so many times. So the movie ਦੇ ਸੈੱਟ ਤੇ ਕਿਸੇ ਨੇ ਮਤਲਬ ਮੈਂ ਗਈ ਮੂਵੀ ਦੇ ਸੈੱਟ ਤੇ, I won't say the name of that movie, it does not make no sense, ਤੇ ਅਸੀਂ ਗਏ, ਮੈਂ ਗਈ ਤੇ ਉੱਥੇ ਦੂਜੀ ਹੀਰੋਇਨ ਵੀ ਸੀ ਤੇ ਮੇਨ ਸੀਗੇ ਤੇ ਜਿਹੜੇ ਸੀਨੀਅਰ ਆਰਟਿਸਟ ਸੀ ਕੋਈ, ਤੇ ਉਹਨਾਂ ਨੇ ਕਿਹਾ ਇਹ ਤਾਂ ਉਹ ਨਹੀਂ ਗਾਣਿਆਂ ਚ ਆਉਂਦੀ ਜਿਹੜੀ, ਐਂਡ ਦੈਨ ਆਈ ਵਾਸ ਲਾਈਕ ਮੈਂ ਉਸ ਟਾਈਮ ਮੈਂ ਚਲੋ ਕੋਈ ਨਾ, ਹੈ ਨਾ, ਬਟ ਉਹਨਾਂ ਨੇ ਫਿਰ ਕੋਈ ਹੋਰ ਏਦਾਂ ਦੀ ਗੱਲ ਕੀਤੀ ਵਿਚ ਵਾਸ ਨਾਟ ਨਾਈਸ। ਤੇ ਮੈਨੂੰ ਅੱਜ ਬਹੁਤ ਪ੍ਰਾਊਡਲੀ ਮੈਂ ਕਹਿੰਦੀ ਹਾਂ ਦੈਟ ਆਮ ਪਾਰਟ ਆਫ ਦ ਪੰਜਾਬੀ ਮਿਊਜ਼ਿਕ ਇੰਡਸਟਰੀ, ਕਿਉਂਕਿ ਉਹ ਬਹੁਤ ਅੱਗੇ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ ਇਜ਼ ਯੂਨੀਵਰਸਲ ਰਾਈਟ ਨਾਓ, ਤੇ ਮਤਲਬ ਮੈਂ ਉਹੀ ਕਹਿੰਦੀ ਹਾਂ ਨਾ, ਮੈਂ ਕਿਸੇ ਵੀ ਚੀਜ਼ ਨੂੰ ਛੋਟਾ ਨਹੀਂ ਮੰਨਦੀ। ਮੈਂ ਬਣਾਈ ਗਈ ਹਾਂ ਗਾਣਿਆਂ ਤੋਂ, ਮੈਂ ਬਣੀ ਹਾਂ ਉਹਨਾਂ ਤੋਂ, ਮੈਨੂੰ ਲੋਕਾਂ ਨੇ ਦੇਖਿਆ ਉੱਥੇ ਹੈ, ਮੈਂ ਕਿਉਂ ਕਦੇ ਉਸ ਚੀਜ਼ ਬਾਰੇ ਕਹੂੰਗੀ ਨੋ 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 ਆਮ ਨਾਟ, ਭਾਈ ਮੈਂ ਜੋ ਕਹੋ ਮੈਨੂੰ ਕਹੋ, ਮੈਂ ਤੁਸੀਂ ਮਾਡਲ ਕਹਿੰਦੇ ਹੋ, ਮੈਂ ਮਾਡਲ ਹੈਗੀ ਹਾਂ, ਮੈਂ ਗਾਣੇ ਵਾਲੀ ਹੈਗੀ ਹਾਂ, ਮੈਂ ਕੁਝ ਕਰ ਨਹੀਂ ਸਕਦੀ ਉਹਦੇ ਵਿੱਚ, ਕਿਉਂਕਿ ਤੁਸੀਂ ਹੀ ਮੈਨੂੰ ਉਹਨਾਂ 'ਚ ਪਸੰਦ ਕੀਤਾ ਹੈ, ਤੇ ਮੈਂ ਉਹ ਸ਼ੁਕਰਗੁਜ਼ਾਰ ਹਾਂ ਤੁਹਾਡੀ ਸਾਰਿਆਂ ਦੀ, ਸ਼ੁਕਰਗੁਜ਼ਾਰ ਹਾਂ ਤੁਹਾਡੇ ਸਾਰਿਆਂ ਦੀ ਕਿ ਤੁਸੀਂ ਮੈਨੂੰ ਜਿੱਦਾਂ ਵੀ ਦੇਖ ਕੇ ਐਟਲੀਸਟ ਯੂ ਮੇਡ ਮੀ ਹੂ ਆਈ ਐਮ, ਅੱਜ ਮੈਨੂੰ ਸਾਰੇ ਸੁਣ ਰਹੇ ਆ, ਦੇਖ ਰਹੇ ਆ, ਤੁਹਾਡੇ ਕਰਕੇ ਹੀ ਅਸੀਂ ਹੈਗੇ। ਐਬਸੋਲੂਟਲੀ। ਤੁਸੀਂ ਸਟਿੰਟ ਵੀ ਕੀਤਾ ਬਿਗ ਬੌਸ ਦੇ ਵਿੱਚ, ਜਿਹਦੇ ਵਿੱਚ ਤੁਹਾਡੇ ਨਾਲ ਅੱਖ ਦੀ ਵੀ ਇਸ਼ੂ ਹੋ ਗਈ ਸੀ। Oh yes, ਹਾਂ। So there are a lot of people doing different sort of things to get into that platform, you know, all sorts of things, compromising their own self for it is also That's one definitely of the things, there, ਠੀਕ ਹੈ ਜੀ। But ਜਿਹੜਾ ਤੁਹਾਡਾ ਸਟਿੰਟ ਸੀਗਾ, did it come to you as a positive or there was no need for that? No, I loved it. Positive. ਕਿਹਨੂੰ ਚਾਂਸ ਮਿਲਦਾ ਹੈ? ਆਰ ਕਿੰਨੇ ਕਰੋੜ ਲੋਕੀ ਹੈ ਇਸ ਕੰਟਰੀ ਦੇ ਵਿੱਚ, ਤੇ ਯੂ ਆਰ ਦ ਟੌਪ 14 ਟੂ ਰੀਚ that place. So how did it benefit you career wise? People know me from Big Boss. I go matlab UP, Bihar, I go to MP, I go to Bangalore, go to Ahmedabad, and they know ki oh, she was in Big Boss. Big Boss is a pan India thing. It's Indian, like ਹਰ ਕਿਸੇ ਦੇ ਘਰ ਦੇ ਵਿੱਚ ਦੇਖਿਆ ਜਾਂਦਾ ਹੈ। ਮੈਂ ਕਹਿੰਦੀ ਆ ਉੱਥੇ ਪਹੁੰਚਣਾ ਬਹੁਤ ਵੱਡੀ ਗੱਲ ਹੈ, ਜਿੱਤਣ ਦਾ ਆਪਾਂ ਨੂੰ ਨਹੀਂ ਪਤਾ, ਮਤਲਬ ਲੋਕੀ ਜਿੱਤੇ ਵੀ ਹੈ, ਦੇ ਆਰ ਨੋਵੇਅਰ ਟੁਡੇ, ਲੋਕੀ ਜਿੱਤੇ ਹੈ, ਦੇ ਆਰ ਡੂਇੰਗ ਵੰਡਰਫੁਲ, ਬਟ ਉੱਥੇ ਪਹੁੰਚਣਾ, ਟੂ ਸਟੈਂਡ ਦੇਅਰ ਔਨ ਦੈਟ ਸਟੇਜ ਵਿਦ you know, with all no other than like Salman Khan, big name, and how cool is that? ਤੁਹਾਨੂੰ ਦੇਖਿਆ ਵੀ ਗਿਆ ਸੀ in a club with Arbaz Khan, you were there in Goa somewhere, I think. Oh yes, no, it was in Sri Lanka. In Sri Lanka. So we were working. There's a place in Sri Lanka, so it was an invite. So it was like a ਕਹਿੰਦੇ ਆ ਨਾ ਕਿ ਵਿਜ਼ਿਟ ਕੀਤਾ ਸੀ ਕਿਤੇ, ਉਹਨੇ ਉੱਥੇ ਉਹ ਵੀ ਸੀਗੇ। ਤੇ ਅਸੀਂ ਕੀ ਐਕਸਪੈਕਟ ਕਰ ਸਕਦੇ ਹਾਂ ਕਿ ਤੁਸੀਂ ਉਹਨਾਂ ਦੇ ਪ੍ਰੋਡਕਸ਼ਨ ਹਾਊਸ ਦੇ ਨਾਲ ਕੋਈ ਫਿਲਮ ਕਰ ਰਹੇ ਹੋ ਪਲਾਨ? I mean, currently there is nothing in the pipeline, to be very honest, but you know, it's magical. Everything is so magical, so you never know. Perfect, perfect. ਅੱਛਾ, ਜਦੋਂ ਪਾਲੀ ਜੀ ਨੇ ਵੀ ਤੁਹਾਡੇ ਰੋਲ ਦੇ ਬਾਰੇ ਗੱਲ ਕੀਤੀ ਤਾਂ ਉਹਨਾਂ ਨੇ ਮੈਨੂੰ ਇਨੀਸ਼ੀਅਲੀ ਇਹੀ ਦੱਸਿਆ ਸੀਗਾ ਕਿ ਜਦੋਂ ਅਸੀਂ ਸਾਰਾ ਦੀ ਪ੍ਰੋਫਾਈਲ ਦੇਖੀ ਸੀਗੀ ਇੰਸਟਾਗ੍ਰਾਮ ਤੇ, ਇਟ ਵਾਸ ਕੰਪਲੀਟਲੀ ਆਪੋਜ਼ਿਟ ਟੂ ਦ ਰੋਲ ਵੀ ਹੈਡ ਟੂ ਆਫਰ ਟੂ ਹਰ, ਹੈ ਨਾ? ਤੇ ਅਕਸਰ ਕੀ ਹੁੰਦਾ ਹੈ ਕਿ ਜਿਹੜੇ ਪੰਜਾਬੀਜ਼ ਹੈਗੇ ਆ ਜਾਂ ਜਿਹੜੇ ਸਾਡੇ ਰੀਜਨਲ ਵਾਲੇ ਲੋਕ ਹੈਗੇ ਆ, ਉਹ ਤੁਹਾਡੀਆਂ ਏਦਾਂ ਦੀਆਂ ਰਿਵੀਲਿੰਗ ਪੋਸਟਸ ਤੇ ਥੋੜਾ ਜ਼ਿਆਦਾ ਸਨਸਨੀਖੇਜ਼ ਕਮੈਂਟਸ ਕਰਦੇ ਨੇ, ਟ੍ਰੋਲ ਕਰਦੇ ਨੇ, ਹੈ ਨਾ? ਤੇ ਬਟ ਇਹ ਹੁੰਦਾ ਹੈ ਕਿ ਇਹ ਪੋਸਟਾਂ ਚੱਲਦੀਆਂ ਵੀ ਬਹੁਤ ਨੇ, ਸਭ ਤੋਂ ਜ਼ਿਆਦਾ ਟ੍ਰੈਫਿਕ ਵੀ ਇਹਨਾਂ ਤੇ ਹੀ ਹੁੰਦਾ। ਸੋ ਜਦੋਂ ਤੁਹਾਨੂੰ ਕੋਈ ਟ੍ਰੋਲ ਕਰਦਾ ਹੈ ਜਾਂ ਤੁਹਾਡੇ ਵੱਲ ਕੋਈ ਨੈਗੇਟਿਵ એનર્ਜੀ ਥਰੋ ਕਰਦਾ ਹੈ, ਕੋਈ ਗੱਲ ਕਰਦਾ ਹੈ ਏਦਾਂ ਦੀ, ਤਾਂ ਤੁਸੀਂ ਉਹਦੇ ਨਾਲ ਕਿੱਦਾਂ ਡੀਲ ਕਰਦੇ ਹੋ? I love the attention, keep giving me, I don't care. I don't care. I'm not doing anything wrong by posting. I'm Miss India, I'm ex-Miss India. In Miss World, Miss Universe, Miss India, we walk we have a bikini round walking. So सबसे पहले वो खत्म करो, अगर इतना है, it's the body, it's the girl's body, they decide what to, where how they going to showcase and stuff. So and also मतलब I don't care. People wants to say, I understand ਕਈਆਂ ਦੇ ਮਤਲਬ ਇਮੋਸ਼ਨਲੀ ਜੇ ਤੁਸੀਂ ਹਰਟ ਕਰ ਰਹੇ ਹੋ, ਮੈਂ ਹੁਣ ਜਿੰਨਾ ਸਾਡੀ ਗੁਰਮੁਖ ਹੈ, it's all about ਸਿੱਖੀ. You will not see any post like this on my page, no, because ਮੈਨੂੰ ਪਤਾ ਹੈ ਕਿ ਮੈਂ ਇੱਕ ਇਹੋ ਜਿਹੀ ਚੀਜ਼ ਪ੍ਰਮੋਟ ਕਰ ਰਹੀ ਹਾਂ ਆਪਣੇ ਪ੍ਰੋਫਾਈਲ ਤੇ, ਐਂਡ ਆਈ ਕੈਨ ਨਾਟ
post anything like that. It's about having a respect for my film, respect for my people, respect, क्योंकि ये सिखी ते है सारी चीज होता है तो you will, ਤੁਸੀਂ ਮੇਰੇ ਪ੍ਰੋਫਾਈਲ ਤੇ ਹੁਣ ਚਲ ਜਾ ਕੇ ਦੇਖੋ, you will not see anything because ਮੇਰਾ ਸਭ ਤੋਂ ਮੇਨ ਕੰਸਰਨ ਇਹ ਆ ਕਿ not because ਕਿ ਮੈਨੂੰ ਕੋਈ ਬੋਲੇਗਾ, ਇਹ ਮੈਂ ਰਿਸਪੈਕਟ ਕਰਦੀ ਆ ਰਿਲੀਜਨ ਦੀ, ਮੈਂ ਰਿਸਪੈਕਟ ਕਰ ਰਹੀ ਹਾਂ ਉਸ ਲੈਂਗੁਏਜ ਦੀ ਜਿਸ ਲੈਂਗੁਏਜ ਮੂਵੀ ਰਿਲੀਜ਼ ਹੋ ਰਹੀ ਹੈ ਤੇ ਜਿਹੜੇ ਸਬਜੈਕਟ ਤੇ ਮੂਵੀ ਹੈ, तो I make sure ਕਿ ਮੇਰੇ ਇੰਸਟਾਗ੍ਰਾਮ ਤੇ ਕੁਝ ਵੀ ਏਦਾਂ ਦੀ ਚੀਜ਼ ਨਾ ਹੋਵੇ, not because ਕਿ ਮੈਨੂੰ ਕੋਈ ਲੋਕਾਂ ਨੇ ਆ ਕਹਿਣਾ, no, because of it, I respect that. Your own sense of responsibility. My own sense of responsibility. Perfect. It has nothing to do with anybody. Perfect. So that's a carefree girl for you and very responsible indeed. ਅੱਛਾ, ਤੁਹਾਡੇ career span ਦੇ ਵਿੱਚ you've also seen a transition in the industry. ਪਹਿਲਾਂ ਕਿਹੜੀਆਂ ਚੀਜ਼ਾਂ ਹੁੰਦੀਆਂ ਸੀਗੀਆਂ ਜਿਹੜੀਆਂ ਅੱਜ ਨਹੀਂ ਹੁੰਦੀਆਂ, ਜਾਂ ਪਹਿਲਾਂ ਜਿਹੜੀਆਂ ਹੁੰਦੀਆਂ ਸੀਗੀਆਂ ਜਿਹੜੀਆਂ ਅੱਛੀਆਂ ਨਹੀਂ ਸੀਗੀਆਂ ਅੱਜ ਚੇਂਜ ਹੋ ਗਈਆਂ ਨੇ? So anything that you've observed in the last few years of your career ਕਿ ਅੱਜ ਇਹ ਚੀਜ਼ ਬਹੁਤ ਵਧੀਆ ਹੋ ਗਈ ਹੈ ਜਾਂ ਇਹ ਚੀਜ਼ ਬੜੀ ਨੈਗੇਟਿਵ ਹੋ ਗਈ ਹੈ? So I think ਪਹਿਲਾਂ ਵੈਨਿਟੀਜ਼ ਨਹੀਂ ਸੀ ਐਂਡ ਵੈਨਿਟੀਜ਼ ਨਾ ਹੋਣਾ ਦਾ ਮਤਲਬ ਮੈਂ ਤੁਹਾਨੂੰ ਕਿੱਦਾਂ ਦੱਸਾਂ, there was time ਕਿ ਸਾਨੂੰ ਨਾ ਏਦਾਂ ਜਿੱਦਾਂ ਸੂਟ ਹੁੰਦੇ ਆ ਉਹਨਾਂ ਦਾ ਏਦਾਂ ਬਣਾ ਕੇ ਤੇ ਖੇਤਾਂ ਦੇ ਵਿੱਚ ਜਾ ਕੇ ਸ਼ੂਟ ਜਗ ਤੇ ਚੱਲ ਰਿਹਾ ਏਦਾਂ ਉਹਦੇ ਵਿੱਚ ਚੇਂਜ ਕਰਨਾ, ਤੇ ਈਵਨ ਵਾਸ਼ਰੂਮ ਵੀ ਜਾਣਾ ਹੈ ਤਾਂ ਏਦਾਂ ਇੱਕ ਚੀਜ਼ ਬਣਾ ਕੇ ਉੱਥੇ ਵਾਸ਼ਰੂਮ ਬਣਦੇ ਸੀ। ਬਹੁਤ ਡਿਫਿਕਲਟ ਰਿਹਾ ਹੈ ਇੰਡਸਟਰੀ ਦੇ ਵਿੱਚ। ਮੈਂ ਇਹ ਨਹੀਂ ਕਹਿੰਦੀ ਕਿ ਇਹ ਜਾਣਬੁੱਝ ਕੇ ਹੈ ਜਾਂ ਏਦਾਂ ਹੈ ਕੁਛ ਹੈ, ਇਟ ਜਸਟ ਉਸ ਟਾਈਮ ਇੰਨੇ ਰਿਸੋਰਸਿਸ ਨਹੀਂ ਸੀ ਸਾਡੇ ਕੋਲ, ਬਟ ਮੈਂ ਉਹ ਵੀ ਇੰਜੋਏ ਕੀਤਾ। ਮੈਨੂੰ ਏਦਾਂ ਨਹੀਂ ਸੀਗਾ ਕਿ ਮੈਂ ਕਹਾਂ ਕਿ ਹਰ ਮੈਂ ਏਦਾਂ ਕਰ ਰਹੀ ਹਾਂ ਏਦਾਂ ਕੀ, ਸਾਡੇ ਕੋਲ ਰਿਸੋਰਸਿਸ ਹੀ ਇੰਨੇ, ਜਦੋਂ ਚੀਜ਼ਾਂ ਹੀ ਇੰਨੀਆਂ ਨੇ, ਪਰ ਅਸੀਂ ਆਪਣੀ ਆਰਟ ਨੂੰ ਨਹੀਂ ਲੁਕੋ ਕੇ ਰੱਖਣਾ। ਅਸੀਂ ਔਰ ਮਿਊਜ਼ਿਕ ਵੀਡੀਓਜ਼ ਕਰਦੇ ਸੀ ਉਸ ਟਾਈਮ। ਉਹ ਯਾਰ ਕਿੱਥੇ ਅਸੀਂ ਗਰਮੀਆਂ 'ਚ ਜਾ ਕੇ, ਮੈਂ ਉਹਨਾਂ ਲੋਕਾਂ ਦੀ ਮਤਲਬ ਥੈਂਕਫੁਲ ਆ ਜਿਨ੍ਹਾਂ ਲੋਕਾਂ ਨੇ ਸਾਨੂੰ ਘਰਾਂ 'ਚ ਦੁਪਹਿਰਾਂ ਨੂੰ ਬਿਠਾਇਆ ਹੈ, ਜਿਨ੍ਹਾਂ ਦੇ ਘਰ ਪੱਖੇ ਨਹੀਂ ਹੁੰਦੇ ਸੀਗੇ ਬਟ ਯੂ ਨੋ ਹੱਥਾਂ ਵਾਲੇ ਪੱਖੇ ਹੁੰਦੇ ਸੀ ਜਿਹੜੇ ਦੂਜੇ, ਪਰ ਉਹਨਾਂ ਨੇ ਸਾਨੂੰ ਰੋਟੀ ਖਵਾਈ ਉਸ ਟਾਈਮ ਤੇ ਮੈਂ ਉਹ ਟਾਈਮ ਵੀ ਇੰਜੋਏ ਕੀਤਾ। ਤੇ ਇੱਕ ਇਹ ਟਾਈਮ ਹੈ ਜਦੋਂ ਹੁਣ ਤਾਂ ਬਹੁਤ ਈਜ਼ੀ ਹੋ ਗਿਆ, ਹੁਣ ਤਾਂ ਯੂ ਕਾਲ, ਹਾਂ ਇਹਦੀ ਵੈਨਿਟੀ ਹੈ, ਇਹ ਚੀਜ਼ ਹੈ, ਵੈਨਿਟੀ ਤੋਂ ਬਿਨਾਂ ਬੰਦਾ ਘਰ ਤੋਂ ਨਹੀਂ ਨਿਕਲਦਾ। ਪਰ ਸਾਨੂੰ ਦੇਖੋ ਨਾ, ਸਾਨੂੰ ਆਦਤ ਨਹੀਂ ਹੈਗੀ ਹੁਣ, ਨਹੀਂ ਵੀ ਹੋਏਗੀ ਅਸੀਂ ਕਹਿ ਦਿੰਦੇ ਆ ਚਲੋ ਇਟ ਵਿਲ ਬੀ ਫਾਈਨ, ਹੈਨਾ, ਬਟ ਅੱਜ ਕੱਲ੍ਹ ਨੈਸੈਸਿਟੀ ਜੀ ਹੋ ਗਈ ਨਾ, ਲੋਕ ਲਾਈਕ ਯੂ ਨੋ ਵਾਟ ਆਈ ਮੀਨ, ਬਟ ਸਾਨੂੰ ਕਦੇ ਆਦਤ ਨਹੀਂ ਸੀ ਤੇ ਸਾਨੂੰ ਇੰਨਾ ਕੋਈ ਫਰਕ ਵੀ ਨਹੀਂ ਪੈਂਦਾ honestly। ਅਸੀਂ until and unless ਏਦਾਂ ਹੈ ਕਿ ਤੁਸੀਂ ਐਡਜਸਟ ਤਾਂ ਕਰ ਸਕਦੇ ਹੋ, ਮਤਲਬ ਇੱਥੇ ਤੱਕ ਠੀਕ ਹੈ, ਇਹ ਵੀ ਨਹੀਂ ਕਿ ਜਮਾਈ ਹੁਣ, ਕਿਉਂਕਿ ਹੁਣ ਤਾਂ ਰਿਸੋਰਸਿਸ ਬਹੁਤ ਨੇ, ਬਟ ਇਹ ਚੀਜ਼ ਬਹੁਤ ਚੇਂਜ ਹੋਈ ਹੈ। ਸੋ ਆਈ ਥਿੰਕ ਇਹ ਨਵੇਂ ਜਿਹੜੇ ਵੀ ਬੱਚੇ ਆ ਰਹੇ ਨੇ ਹੁਣ, ਹੈ ਨਾ, ਜਿਹੜੇ ਕਹਿੰਦੇ ਨੇ ਅਸੀਂ ਸੁਪਰ ਮਾਡਲਸ ਹੈਗੇ ਆ ਜਾਂ ਸੁਪਰ ਐਕਟਰਸ ਹੈਗੇ ਆ, ਮੈਨੂੰ ਲੱਗਦਾ ਇੱਕ ਮੈਚੁਰ ਮਾਈਂਡਸੈਟ ਦੀ ਇਹੀ ਗੱਲ ਹੁੰਦੀ ਹੈ ਕਿ ਜੇ ਤੁਸੀਂ ਕੋਆਪਰੇਟਿਵ ਹੁੰਦੇ ਹੋ, ਐਗਜ਼ੈਕਟਲੀ, ਤੁਸੀਂ ਯਾਰ ਫਗਵਾੜੇ ਬਹਿ ਕੇ ਐਵੇਂ ਤੁਸੀਂ ਬ੍ਰੋਕਲੀ ਸੂਪ ਨਹੀਂ ਮੰਗ ਸਕਦੇ ਨਾ। ਮੰਗਿਆ ਜੀ ਤੁਸੀਂ ਮਿਲਿਆ ਨਹੀਂ ਹੋਣਾ। ਮੈਂ ਤੁਹਾਨੂੰ ਕਹਿ ਰਹੀ ਹਾਂ, ਮਤਲਬ ਯੂ ਹੈਵ ਟੂ ਅੰਡਰਸਟੈਂਡ, ਤੁਸੀਂ ਫਗਵਾੜੇ ਤੇ ਲਾ ਕੇ ਕਿਸੇ ਪਿੰਡ 'ਚ ਸ਼ੂਟ ਕਰ ਰਹੇ ਹੋ, ਹੈਲਦੀ ਦਾ ਮਤਲਬ ਇਹ ਥੋੜੀ ਹੁੰਦਾ ਕੱਲੀ ਬ੍ਰੋਕਲੀ ਹੈਲਦੀ ਹੈ, ਲਾਈਕ ਯੂ ਨੀਡ ਟੂ ਅੰਡਰਸਟੈਂਡ। ਤੇ ਮੈਂ ਉਸ ਟਾਈਮ ਦੀ ਗੱਲ ਕਰ ਰਹੀ ਹਾਂ ਕਿ ਹਜੇ ਡੈਕੇਡ ਤੱਕ ਦੀ ਗੱਲ ਹੈ ਇਹ, ਡੈਕੇਡ ਵੀ ਨਹੀਂ ਹੋਇਆ, ਮਤਲਬ 60-8 ਸਾਲ ਪੁਰਾਣੀ ਗੱਲ ਹੈ। ਤੁਸੀਂ ਸਮਝੋ ਜਦੋਂ ਟਾਈਮ ਹੁੰਦਾ ਹੋਣਾ, ਮਿਸ ਪੂਜਾ ਜਦੋਂ ਉਹ ਮਿਊਜ਼ਿਕ ਵੀਡੀਓਜ਼ ਕਰਦੇ, ਉਹ ਸਾਡੇ ਤੋਂ ਮੈਮ ਸੀਨੀਅਰ ਨੇ ਹਨਾ ਸਾਡੇ, ਤੇ ਜਦੋਂ ਉਹ ਕਰਦੇ ਹੋਣੇ ਉਹਨਾਂ ਲਈ ਤਾਂ ਬੜਾ ਡਿਫਿਕਲਟ ਹੁੰਦਾ ਹੋਣਾ ਐਜ਼ ਅ ਗਰਲ ਓਨਲੀ ਟੂ ਗੈਟ ਆਊਟ ਆਫ ਦਾ ਹਾਊਸ। ਤੇ ਮੈਨੂੰ ਲੱਗਦਾ ਕਿ be grateful for whatever is happening, whatever you have, and don't like overdo things। ਨਹੀਂ ਮੈਂ ਤਾਂ ਜੀ ਨਾਰੀਅਲ ਪਾਣੀ ਤੋਂ ਬਿਨਾਂ ਨਹੀਂ ਚੱਲ ਸਕਦਾ, ਨਹੀਂ ਨਾਰੀਅਲ ਪਾਣੀ ਤੁਸੀਂ ਮੰਨੋਗੇ ਸਵੇਰ ਦੇ ਅਸੀਂ ਬੈਠੇ ਹਾਂ, I make sure I eat my home food, I can be very judgy like everybody is eating whatever, not because ਜਿਹਨੂੰ ਪਤਾ ਹੈ ਨਾ ਕਿ ਰੱਜੇ ਹੈ ਕਿ ਹਾਂ ਇੱਥੇ ਤੇ ਕਿੰਨੀ ਇੱਕ ਦੋ ਟਾਈਮ ਦੀ ਰੋਟੀ ਹੈ, ਫਿਰ ਵਧੀਆ ਸਿੰਪਲ ਰੋਟੀ ਹੈ, ਉਹਨਾਂ ਨੂੰ ਫਰਕ ਨਹੀਂ ਪੈਂਦਾ, ਉਹਨਾਂ ਨੇ ਹੈਲਦੀ ਵੀ ਏਦਾਂ ਹੀ ਰਹਿਣਾ, ਉਹਨਾਂ ਨੂੰ ਕੋਈ ਨਹੀਂ ਫਰਕ ਪੈਂਦਾ। ਹਮੇਸ਼ਾ ਹੀ ਮਤਲਬ ਬ੍ਰੋਕਲੀ ਸੂਪ ਪੀ ਕੇ ਨਹੀਂ ਪਤਲਾ ਰਿਹਾ ਜਾਂਦਾ ਬੰਦਾ, ਹੈ ਨਾ। ਸੋ ਸੀਰਤ, ਤੁਹਾਡੀ ਫਿਲਮ ਦੇ ਵਿੱਚ ਕੋਈ ਐਸੀ ਮੈਮਰੀ ਜਿਹੜੀ ਯੂ ਕੈਰੀਡ ਹੋਮ ਐਂਡ ਯੂ ਆਰ ਲਾਈਕ ਸਟਿਲ ਯੂ ਨੋ ਯੂ ਲਾਈਕ ਟਾਕਿੰਗ ਅਬਾਊਟ ਇਟ ਮੋਰ? ਕੁਲਜਿੰਦਰ's wife। Okay, tell me more about it. Oh, I love that lady. Okay. Kuljinder's wife, like I became very good friends with his wife and his daughter. She's Virsa, she's 20 years old. So I think that's what because Kuljinder is very ki kehande ho, he's very he's a good guy, but he's very shy, he's very simple, he's reserved, and his wife is completely opposite as it should be, you know. Yes.
एंड आई थिंक थोड़े टाइम तो बाद ਜਦੋਂ ਮੈਂ ਨਿਧੀ ਨੂੰ ਮਿਲੀ, ਨੇਮ ਇਜ਼ ਨਿਧੀ, ਐਂਡ ਜੇ ਸਿਰਫ ਉਹਦੀ ਗੱਲ ਕਰਾਂ ਮੂਵੀ ਦੇ ਸੈੱਟ ਦੀ, ਤਾਂ ਮੂਵੀ ਤੇ ਕਦੇ ਨਹੀਂ ਆਈ ਉਹ, ਅੱਛਾ ਕਦੇ ਹੀ, she was never on the set, but I probably took good classes on acting with me, like to know how I actually should perform. The next movies, it helped me so much. from Nidhi So much. No, not from Nidhi. Nidhi's gone now. okay Like coming back to the like real Okay, thing. That was a joke. yeah. Not joke, but yeah, I love her. But anyways, but actual ਜਿਹਦੇ ਵਿੱਚ ਦੇ ਕਹਿੰਦੇ ਆ ਨਾ ਕਿ ਯਾਰ ਇਹਨੂੰ ਐਕਟਿੰਗ ਨੂੰ ਇਹ ਚੀਜ਼ ਮੈਂ ਇੰਨਾ ਪਰਫਾਰਮ ਕਰਨਾ ਹੈ, ਕਿੰਨਾ ਠਹਿਰਾਵ ਲੈ ਕੇ ਆਣਾ, ਬੋਲਣ ਦੇ ਵਿੱਚ ਵਾਕ ਕਿੱਦਾਂ ਕਰਨੀ ਹੈ, ਆਲ ਦਿਸ ਥਿੰਗ ਭੁਪਿੰਦਰ ਪਾਲੀ ਜੀ, ਲਾਈਕ ਪਾਲ ਭੁਪਿੰਦਰ ਜੀ, ਉਹਨਾਂ ਨੇ ਮੈਨੂੰ ਸਿਖਾਈ ਹੈ, ਤੇ ਇਹ ਮੇਰੀ ਨੈਕਸਟ ਫਿਲਮ ਜਿਹੜੀ ਮੈਂ ਕਰ ਵੀ ਰਹੀ ਹਾਂ, ਕੀਤੀਆਂ ਵੀ ਨੇ, ਉਹਨਾਂ ਵਿੱਚ ਦਿਖਿਆ ਵੀ ਹੈ, ਮੈਨੂੰ ਖੁਦ ਦਿਖਿਆ ਕਿ ਹਾਂ ਇਟਸ ਅ ਚੇਂਜਡ ਪਰਸੋਨਾ ਕੰਪਲੀਟਲੀ. you've also inherited your Haryanvi culture. Oh, which, yeah. है ना, which you've probably ਪਹਿਲਾਂ ਤੁਸੀਂ ਨਹੀਂ ਕੱਢ ਕੇ ਲੈ ਕੇ ਆਏ ਸੀ, ਹੁਣ you've suddenly become very open about speaking in Haryanvi. I know, I used to do it till the time ਜਦੋਂ ਨਹੀਂ ਹੁੰਦਾ ਸੀ ਡਬ ਸਮੈਸ਼ ਦਾ ਟਾਈਮ, ਮੈਂ ਤਾਂ ਉਦੋਂ ਦੀ ਕਰਦੀ ਹਾਂ. ਅੱਛਾ, ਲਾਈਕ okay. the problem is ਹੁਣ ਹਰਿਆਣਵੀ ਅੱਗੇ ਆ ਰਹੀ ਹੈ, ਤਾਂ ਉਹ ਚੀਜ਼ਾਂ ਅੱਗੇ ਆ ਰਹੀਆਂ. ਮੈਂ ਤਾਂ ਉਹ ਉਸ ਟਾਈਮ ਦੀ ਕਰਦੀ ਹਾਂ. ਆਈ ਰਿਮੈਂਬਰ ਡਬ ਸਮੈਸ਼ ਚੱਲਦਾ ਸੀ, ਅਸੀਂ ਹਰਿਆਣਵੀ ਡਾਇਲੌਗਸ ਕਰਦੇ ਹੁੰਦੇ ਸੀਗੇ. My family is Haryani, born in Haryanvi family. They still speak in the same Haryanvi language. So my to complete thing is Haryanvi. So are you doing any Haryanvi films? So or projects? Haryanvi film like kuch zyada ban nahi raha. I don't know if Cable One has something to offer to us about Haryanvi. Like we should Okay. do something crazy in Haryanvi. Yeah. I'll be up for it. Like make a remake of Chandraval and I'll be the, I'll be the Chandraval. Right. And Who's your favorite Haryanvi actor? like all these people only. I'm being very honest. Haryanvi de vich there are not much actors I know. Kyunki movies cinema ta hai nahi Haryanvi yet, which is sad. I really want to make a Haryanvi movie. Like I seriously want to. Like ਪਤਾ ਕਿੰਨੇ ਕੁ ਜ਼ਿਆਦਾ ਵਧੀਆ ਟੌਪਿਕ ਹੈ ਹਰਿਆਣਵੀ ਤੇ, ਕਿੰਨਾ ਕੁਛ ਹੈ ਹਰਿਆਣਵੀ ਦੇ ਵਿੱਚ. ਮਿਊਜ਼ਿਕ ਆਈ ਐਮ ਡੂਇੰਗ, ਜਿੱਥੋਂ ਮੈਂ ਹੈਗੀ ਆ, ਜਿਹੜੀ ਚੀਜ਼ ਹੈਗੀ ਆ ਮੇਰੇ ਕੋਲੇ ਉਹ ਮੈਂ ਕਰ ਰਹੀ ਹਾਂ. I think my EP is launching in February, which has 5 songs into it, which are derived from the folk Haryanvi songs. So I'm doing that for sure, and I'm very, very excited for that. But movies, we need to talk about one. We need to. ਅੱਛਾ, ਕੰਮ ਵਾਸਤੇ ਤੁਸੀਂ ਕਿਸ ਤਰੀਕੇ ਦਾ, how do you go about it? Do you wait for work coming your way, or you don't mind reaching out to people for work? I generate work for myself. How? Reaching out is not a thing. You can't just call people and text people, hey, मेरे को मूवी ले लो, मुझे कर दो. But ये करते हैं लोग. यार मैं नहीं कर पाती ये वाली चीज नहीं कर सकती मैं, being very honest to you. But what I can do, improve myself, improve my social skills which come on social media, make yourself better, and then be like, people see you and be like, acha ye kaun hai, what is she doing, Right, let's get her into this advertisement, let's do this with her. So I think I kind of generate work for myself. I have different businesses that I work on. Je main nahi kar rahi, I have different things to do. So I make sure that I am busy. However, I am busy. I just want to be busy. मैं जिन्नी मर्जी थक जा, जिन्नी मर्जी थक, कई बार दिन ਨੂੰ ਐਦਾਂ ਹੋ ਜਾਂਦਾ ਕਿ which day is today, है ना, दिन नहीं पता, दिन नहीं पता ਕਿਹੜਾ ਦਿਨ ਹੈ. And ਮੈਂ ਕਿਹਾ ਯਾਰ ਥੋੜਾ ਸੋ ਲੈਂਦੇ ਆ, ਫਿਰ ਨੀਂਦ ਨਹੀਂ ਆਉਂਦੀ, ਕਿਉਂਕਿ ਨੀਂਦ ਹੁਣ ਉਦਾਂ ਹੋ ਗਈ ਹੈ ਕਿ 4 ਘੰਟੇ ਨਹੀਂ, 5 ਘੰਟੇ 6 ਘੰਟੇ ਤਾਂ ਬਹੁਤ ਜ਼ਿਆਦਾ ਹੋ ਜਾਏਗਾ. ਉਹ ਆਈ ਬਿਲੀਵ ਕੰਮ ਜਨਰੇਟ ਕਰਨਾ ਪੈਂਦਾ ਹੈ, ਐਂਡ ਯੂ ਹੈਵ ਟੂ ਜਸਟ ਲਾਈਕ ਦਿਲਜੀਤ ਦੋਸਾਂਝ ਇਜ਼ ਦ ਵਨ ਆਫ ਦ ਬੈਸਟ ਐਗਜ਼ਾਮਪਲ ਆਈ ਵੁੱਡ ਸੇ. ਕਦੇ ਮਿਊਜ਼ਿਕ ਤੇ ਕੰਮ ਕਰਨਾ ਬੰਦ ਨਹੀਂ ਕੀਤਾ, ਕਦੇ ਆਪਣੀ ਪਰਸਨੈਲਿਟੀ ਤੇ ਕੰਮ ਕਰਨਾ ਬੰਦ ਨਹੀਂ ਕੀਤਾ, ਆਪਣੀ ਲੈਂਗੁਏਜ ਤੇ ਕੰਮ ਕਰਨਾ ਬੰਦ ਨਹੀਂ ਕੀਤਾ. ਆਲਵੇਜ਼ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਆਪਣੇ ਪੱਗ ਨੂੰ ਹਮੇਸ਼ਾ ਆਪਣੇ ਸਾਥ ਰੱਖਿਆ, ਨਾਲ ਰੱਖਿਆ. ਤੇ ਆਈ ਥਿੰਕ ਉਦਾਂ ਹੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ ਟਾਈਮ ਤੇ ਕੀ ਚੀਜ਼ ਚੇਂਜ ਕਰਨੀ ਹੈ ਤੁਸੀਂ ਆਪਣੇ ਅੰਦਰ. But groupism is also part of this game, people pretty much like to work in particular groups. And ਜਿਹੜੀ ਗੱਲ ਤੁਸੀਂ ਮੈਨੂੰ ਹੁਣੇ ਕਿਹਾ ਕਿ I can't call anybody for this, but ਇਸ ਗਰੁੱਪ 'ਚ ਜਦੋਂ ਕੋਈ ਫਿਲਮ ਪ੍ਰੋਜੈਕਟ ਦੀ ਡਿਸਕਸ਼ਨ ਹੁੰਦੀ ਹੈ ਤੇ ਕਾਲਸ ਆ ਜਾਂਦੀਆਂ ਨੇ, ਮੇਰੇ ਵਾਸਤੇ ਕਿਰਦਾਰ ਲਿਖੋ, ਮੈਨੂੰ ਵੀ ਰੋਲ 'ਚ ਲਓ. ਸੋ ਤੁਹਾਡੇ ਨਾਲ ਕਦੀ ਏਦਾਂ ਹੋਇਆ ਕਿ ਕਿਸੇ ਪਰਟੀਕੂਲਰ ਗਰੁੱਪ ਕਰਕੇ ਤੁਹਾਨੂੰ ਕੋਈ ਖਾਸ ਪ੍ਰੋਜੈਕਟ ਜਿਹੜਾ ਤੁਹਾਡਾ ਬੜਾ ਦਿਲ ਚਾਹਵਾਂ ਪ੍ਰੋਜੈਕਟ ਸੀਗਾ, you really want to do it, you lost it out on this? ਨਹੀਂ, ਐਸਾ ਕੁਝ ਨਹੀਂ. ਆਲਰੇਡੀ ਉਹਨਾਂ ਦਾ ਡਿਸਾਈਡ ਹੁੰਦਾ ਕਿ ਇਹਨਾਂ ਨਾਲ ਹੀ ਕਰਨੀ ਹੈ. That's the whole point of being in the group. Like they ਉਹਨਾਂ ਨੂੰ ਪਤਾ ਹੈ.
like they know that ਅਸੀਂ ਚਾਰ ਬੰਦੇ ਆ, 2 ਬੰਦੇ producers ਹੈ, ਇਹ director ਹੈ, ਇਹ heroine ਹੈ, ਇਹ hero ਹੈ, and let's do it. So ਮੇਰੇ ਨਾਲ ਏਦਾਂ honestly ਕਦੇ ਨਹੀਂ ਹੋਇਆ, and I really want ਕਿ ਥੋੜੀ ਚੀਜ਼ਾਂ ਥੋੜੀ change ਹੋਣ, ਜਿਹਦੇ ਵਿੱਚ new faces should also get, not just us. There are lots of people. I have seen, ਇੱਕ ਵਾਰ ਅਸੀਂ ਸੀਗੇ ਟੈਗੋਰ ਥੀਏਟਰ, and ਮੈਂ ਉੱਥੇ ਇੱਕ ਨਾਗਮੰਡਲ show ਹੈ. It's a very famous theatre मतलब show. It's very famous. It's beautiful. Beautiful. You should see. ਜੇ ਕਿਤੇ ਹੋਵੇ ਨਾ perform, you should go see, watch that. And ਉਹਦੇ ਵਿੱਚ ਜਿਹੜੀ lead actress ਸੀਗੀ, what a beautiful actress she was. Good. And she was a theatre artist obviously, and imagine ਇੱਕ show, ਉਹਦੇ ਵਿੱਚ ਕੋਈ retake ਨਹੀਂ ਹੈ dialogues ਦੇ, ਉਹਦੇ ਕੁਛ ਨਹੀਂ ਹੈ, nothing can go wrong. Hours and hours ਦੀ practice and hours ਦੀਆਂ ਚੀਜ਼ਾਂ ਉਹ execute ਕਰਦੇ ਆ within few hours, ਹੈ ਨਾ? ਤੇ ਮੈਂ ਉਹ ਦੇਖਦੀ ਸੀ, ਮੈਂ ਯਾਰ they deserve so much in life. Absolutely. You know, these hardworking kids, they were young, and I was there with Kuljinder and Nidhi only, ਕਿਉਂਕਿ ਉਹਨਾਂ ਦੀ daughter ਹੈ Virsa, she was part of it, ਟੈਗੋਰ ਥੀਏਟਰ ਚੰਡੀਗੜ੍ਹ. ਮੈਂ ਪਹਿਲੀ ਵਾਰ ਕੋਈ ਸ਼ੋਅ ਦੇਖਿਆ ਸੀ ਉਸ ਟਾਈਮ, and ਮੇਰਾ ਦਿਮਾਗ ਏਦਾਂ ਹੋ ਗਿਆ ਸੀ ਕਿ I was praying for these people who were performing in it, I wish one day they'll get the lead chances, they can go to bigger, you know, big pictures, and good, like there are lots of OTT platform coming, and these people will get the work they deserve. I think they are. Theatre actors are now getting a lot of work. That's very good. So that's very nice of you to think of them that way. But ਜਾਂਦੇ ਹੁਣ ਇੱਕ ਲਾਸਟ ਸਵਾਲ ਮੇਰਾ ਤੁਹਾਡੇ ਨਾਲ, ਥੋੜਾ ਜਿਹਾ ਪੇਚੀਦਾ ਵੀ ਕਹਿ ਸਕਦੇ ਹੋ, ਕਿ ਅੱਜ ਕੱਲ you know there was ਇੱਕ ਦੌਰ ਆਇਆ ਸੀ ਜਦੋਂ people used to be very vocal about controversies coming in their life, or some things happening around people of their own circle. But ਅੱਜ ਕੱਲ ਨਾ people have stopped talking about issues. Live ਨਹੀਂ ਹੁੰਦੇ, they don't talk, or they just discuss about issues randomly. ਜਿੱਦਾਂ ਹੁਣ ਰਣਜੀਤ ਬਾਵਾ ਨਾਲ ਕੋਈ controversy ਹੋਈ, ਜਾਂ ਕਿਸੇ ਨਾਲ ਵੀ ABC ਕੋਈ ਵੀ controversy ਹੋਈ, people have stopped talking about it. So they're not sensationalizing the controversies. Is it because probably there's a fear somewhere in the minds, or artists have lost connectivity? They're done with it. It's been happening from so many years. I have no idea what happened, to be honest. No idea at all. ਬਟ ਮੈਂ ਇੰਨੀ ਸ਼ੋਰ ਹਾਂ ਕਿ ਇੱਕ ਆਰਟਿਸਟ ਜਿਹੜਾ ਐਡੇ ਸ਼ੋਅ ਲਾਉਂਦਾ ਹੈ, ਮਤਲਬ ਜਿਹੜਾ ਇੰਨਾ ਕੰਮ ਹੈ ਉਹਦੇ ਕੋਲੇ ਇੰਨਾ ਚੀਜ਼ਾਂ ਲਈ, ਉਹ ਸੋਚੇਗਾ ਯਾਰ ਛੱਡ ਦੋ ਯਾਰ, ਕਿੱਥੇ ਪੈਣਾ ਇਹਨਾਂ ਗੱਲਾਂ ਦੇ ਵਿੱਚ, ਕਿ ਕੀ ਕਰੀਏ, ਮਤਲਬ ਉਹ, ਕਿਉਂਕਿ ਤੁਸੀਂ ਸਮਝੋ, ਮੈਂ ਐਜ਼ ਐਨ ਆਰਟਿਸਟ ਕਹਿ ਰਹੀ ਹਾਂ, ਰਣਜੀਤ ਬਾਵਾ, ਆਈ ਐਮ ਆਲਵੇਜ਼ ਗ੍ਰੇਟਫੁਲ ਟੂ ਦੈਟ ਗਾਏ, ਮਤਲਬ ਉਹਨਾਂ ਦਾ ਨਾਂ ਆਇਆ, ਦੈਟਸ ਮੈਂ ਪਹਿਲੀ ਮਿਊਜ਼ਿਕ ਵੀਡੀਓ ਉਹਨਾਂ ਦੇ ਨਾਲ ਕੀਤੀ ਹੈ ਨਾ, that has been like ਜਿਹਦੇ ਕਰਕੇ ਮੈਂ probably sitting here today. So this guy is so hardworking. He's a brilliant singer. He got so many shows. Wedding ਹੁਣ ਜੋ ਸੀਜ਼ਨ ਚੱਲ ਰਿਹਾ ਨਾ, ਸਵੇਰੇ ਸ਼ੋ, ਫੇਰ ਸ਼ੋ, ਇਹ ਸ਼ੋ, ਹੋਰ ਚੀਜ਼ਾਂ ਕਰ ਰਿਹਾ. ਉਸ ਤੋਂ ਬਾਅਦ ਤੁਸੀਂ ਸਮਝੋ ਨਾ ਯਾਰ, ਕਿ ਬੰਦੇ ਦੇ ਦਿਮਾਗ ਤੇ ਇੰਨਾ ਕੁਝ ਚੱਲ ਰਿਹਾ ਹੈ. He's doing his own work. ਕਿਉਂ ਕਿਸੇ ਤਰੀਕੇ ਚੀਜ਼ ਉਹਦਾ ਜੀ ਹੋਏਗਾ ਕਿ ਉਹ ਪਏਗਾ, ਉਹ ਕਹੇਗਾ ਯਾਰ ਆ ਪਰਮਾਤਮਾ ਬਸ ਤਾਂ ਮੈਨੂੰ ਲੱਗਦਾ they are done with it. People, even something happen, ਮੈਂ ਕਿਹਾ ਯਾਰ ਚੱਲ ਯਾਰ, okay thank you bye, ਯਾਰ ਨਹੀਂ ਹੋ ਸਕਦਾ. So I think this is more like let go, and it's more like mature. Like you become mature with time, ਕਿ ਯਾਰ ਹੁਣ ਛੱਡੋ ਯਾਰ, these things are done, dusted. ਹੁਣ ਇਹ ਚੀਜ਼ਾਂ ਦਾ the more ਇਹ ਚ ਧਸੋਗੇ ਤਾਂ more ਧਸਦੇ ਜਾਓਗੇ, you know. So it's better to just do your work, stay focused, be with the right people, and make good choices. So on that note, I think thank you very much, Sarah, for talking to us. Pleasure, Gurleen. And Gurmukh ਆ ਰਹੀ ਹੈ 24 January. Yes, 24 January. And बहुत ਤੁਹਾਨੂੰ ਸ਼ੁਭਕਾਮਨਾਵਾਂ ਸਾਡੇ ਵੱਲੋਂ. Thank you so much. Thank you so much. I'm very excited, and thank you so much for having me today. God bless. Had a great time chatting with you. Thank you. And Gurmukh is going to be one of the best movies I ever performed. I'm very positive about it. And ਜਿੰਨੇ ਵੀ ਸ਼ਰੋਤਾ ਨੇ ਜਾਂ ਫਿਰ ਦੇਖ ਰਹੇ ਨੇ ਮੈਨੂੰ ਇਸ ਟਾਈਮ, ਤੇ ਜ਼ਰੂਰ ਦੇਖਿਓ, and come to my Instagram channel, and please let me know if you like it. Comment, share. We're looking forward to her performances, Seerat. Oh yeah. And ਇੱਥੇ ਹੀ ਅਸੀਂ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ. ਸਮਾਂ ਸਾਨੂੰ ਥੋੜਾ ਜਿਹਾ ਕੰਸਟ੍ਰੇਨ ਕਰ ਰਿਹਾ, ਨਹੀਂ ਤਾਂ ਸਾਰਿਆਂ ਨਾਲ ਗੱਲਾਂ ਕਰਨ ਵਾਲੀਆਂ ਬਹੁਤ ਸੀਗੀਆਂ ਮੇਰੇ ਕੋਲ, ਬਟ ਅੱਜ ਤੁਹਾਨੂੰ ਇੱਥੇ ਹੀ ਅਸੀਂ ਵਿਦਾ ਕਰਦੇ ਹਾਂ. No problem. I'll see you soon. So thank you very much for watching the Gurleen Kaur Show. ਤੁਸੀਂ ਦੇਖ ਰਹੇ ਹੋ ਕੈਂਟ ਪੰਜਾਬ. Till next time. Thank you.